ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਧ ਕੈ ਸੰਗ ਨਹੀਂ ਕਸ ਘਾਲ ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਈਹਾ ਊਹਾ ਸਹੇਲਾ ਸਾਧ ਸੰਗ ਬਿਸਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ। ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੋਨ ਰਸੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਪਾਰ ਮਹਿਮਾ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਕਾਫੀ ਸਮੇਂ ਤੋਂ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਗੁਰਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਸੁਖਮਣੀ ਸਾਹਿਬ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਸਾਧ ਕੈ ਸੰਗ ਨਹੀਂ ਕਸ ਘਾਲ। 272 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੁਸ਼ੋਭਿਤ ਬਾਣੀ ਮਹਾਰਾਜ ਜੀ ਕਥਨ ਕਰਦੇ ਹਨ, ਸਾਧ ਕੈ ਸੰਗ। ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਧਿਆ ਹੋਇਆ ਹੈ, ਨਾਮ ਜਪ ਕੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਧਿਆ ਹੋਇਆ, ਸਾਧੂ ਜਨਾਂ ਦੀ ਸੰਗਤ ਕਰਕੇ ਮੁਕਤੀ ਵਾਸਤੇ ਹੋਰ ਹਠ ਜੋਗ ਧੂਣੀਆਂ ਜਲ ਧਾਰੇ ਆਦਿਕ ਕੋਈ ਔਖੇ ਸਾਧਨਾ ਦੀ ਕਮਾਈ ਭਾਵ ਘਾਲਣਾ ਨਹੀਂ ਕਰਨੀ ਪੈਂਦੀ। ਜੇ ਸਾਧੂਆਂ ਦੀ ਸੰਗਤ ਹੋ ਜਾਵੇ ਤਾਂ ਸਤ ਸੰਗਤ ਦੁਆਰਾ ਪਰਮੇਸ਼ਰ ਦਾ ਨਾਮ ਜਪ ਕੇ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਕੋਈ ਵੀ ਧੂਣੀਆਂ ਜਲ ਧਾਰੇ ਔਖੇ ਸਾਧਨਾ ਦੀ ਕਮਾਈ ਨਹੀਂ ਕਰਨੀ ਪੈਂਦੀ। ਦਰਸ਼ਨ ਭੇਟਤ ਹੋਤ ਨਿਹਾਲ, ਐਸੇ ਸਾਧੂਆਂ ਦੇ ਦਰਸ਼ਨ ਦੀਦਾਰ ਮਿਲਣ ਕਰਕੇ ਜੀਵ ਨਿਹਾਲ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ। ਸਾਧੂ ਜਨਾਂ ਦੇ ਸਤ ਸੰਗਤ ਦੇ ਵਿੱਚ ਕਿ ਸਾਧੂਆਂ ਦੇ ਦਰਸ਼ਨ ਕਰਕੇ ਜੀਵ ਆਨੰਦ ਹੋ ਜਾਂਦਾ ਹੈ, ਅੰਦਰ ਦਾ ਖੜਿਆਓ ਆ ਜਾਂਦਾ ਹੈ, ਅੰਦਰ ਹਿਰਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ, ਕਿਉਂਕਿ ਪਰਮੇਸ਼ਰ ਦੇ ਮਿਲਣ ਕਰਕੇ ਅੰਦਰ ਦਾ ਖੇੜਾ ਹੈ ਜਿਹੜਾ ਇਹ ਖਿੜ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ। ਪਰ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਕਿ ਸਤ ਸੰਗਤ ਦੁਆਰਾ ਗਿਆਨ ਹੋਣ ਤੋਂ ਸਵੈ ਸਰੂਪ ਦੇ ਦਰਸ਼ਨਾਂ ਦੇ ਮਿਲਾਪ ਕਰਕੇ, ਉਸ ਪਰਮੇਸ਼ਰ ਦੇ ਮਿਲਾਪ ਕਰਕੇ ਜੀਵ ਨਿਹਾਲ ਹੋ ਜਾਂਦਾ ਹੈ। ਹਰੀ ਪਰਮੇਸ਼ਰ ਦੇ ਦਰਸ਼ਨਾਂ ਦਾ ਮਿਲਾਪ ਹੋਣ ਕਰਕੇ ਸਤ ਸੰਗਤ ਦੁਆਰਾ ਪਰਮੇਸ਼ਰ ਦੇ ਦਰਸ਼ਨ ਹੋਣ ਨਾਲ ਇਹ ਜੀਵ ਨਿਹਾਲ ਹੋ ਜਾਂਦਾ ਹੈ, ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਸਾਧ ਕੈ ਸੰਗ ਕਲੂਖਤ ਹਰੈ, ਕਿ ਸਾਧੂਆਂ ਦੀ ਸੰਗਤ ਕਰਕੇ ਕਲੂਖਤ ਹੁੰਦਾ, ਕਾਲਖ ਵਾਲੇ ਪਾਪ ਨਾਸ ਹੋ ਜਾਂਦੇ ਹਨ, ਭਾਵ ਚਾਰੇ ਕਿਲਬਿਖ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਸਾਧ ਕੈ ਸੰਗ ਨਰਕ ਪਰ ਹਰੈ, ਸਾਧੂਆਂ ਦੇ ਸੰਗ ਕਰਕੇ, ਸਾਧੂਆਂ ਦੀ ਸੰਗਤ ਕਰਕੇ ਨਰਕਾਂ ਦਾ ਦੁੱਖ ਪਰ ਹਰੈ। ਪਰ ਹੁੰਦਾ ਵਿਸ਼ੇਸ਼ ਕਰਕੇ, ਹਰੈ ਹੁੰਦਾ ਨਾਸ ਹੋ ਜਾਂਦਾ ਹੈ। ਜੈਸਾ ਕਿ ਨਰਕ ਨਾ ਡੀਠੜਿਆ ਸਿਮਰਤ ਨੈਣ, ਕਿ ਜਿਨ੍ਹਾਂ ਨੇ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੀਤੇ ਹਨ, ਨਰਕ ਨਾ ਡੀਠੜਿਆ, ਉਹਨਾਂ ਨੂੰ ਨਰਕ ਨਹੀਂ ਦੇਖਣਾ ਪੈਂਦਾ। ਨਮੋ ਨਰਕ ਨਾਸੇ ਸदैवੰ ਪ੍ਰਕਾਸੇ, ਜਦੋਂ ਪਰਮੇਸ਼ਰ ਦਾ ਨਾਮ ਜਪੀਂਦਾ ਹੈ ਤੇ ਨਰਕਾਂ ਦਾ ਨਾਸ ਹੋ ਜਾਂਦਾ ਹੈ, ਨਰਕ ਦੇਖਣੇ ਨਹੀਂ ਪੈਂਦੇ। ਸਾਧ ਕੈ ਸੰਗ ਈਹਾਂ ਊਹਾਂ ਸਹੇਲਾ, ਸਾਧੂਆਂ ਦਾ ਸੰਗ ਕਰਕੇ ਈਹਾਂ ਇਸ ਲੋਕ ਤੇ ਊਹਾਂ ਉੱਥੇ ਪਰਲੋਕ ਵਿੱਚ ਜੀਵ ਸੁਖੀ ਹੁੰਦਾ ਹੈ, ਸੁਹੇਲਾ ਹੁੰਦਾ ਹੈ। ਸਾਧ ਸੰਗ ਬਿਸਰਤ ਹਰ ਮੇਲਾ, ਕਿ ਸਾਧੂਆਂ ਦੀ ਸੰਗਤ ਕਰਕੇ ਵਿਛੜੇ ਹੋਏ ਜੀਵ ਦਾ ਹਰੀ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਜੋ ਇੱਛਾ ਸੋਈ ਫਲ ਪਾਵੈ, ਜੋ ਇੱਛਾ ਸੋਈ ਫਲ ਪਾਵੈ, ਕਿ ਸਾਧੂਆਂ ਦੀ ਸੰਗਤ ਕਰਨੇ ਕਰਕੇ ਜਿਹੜੇ ਕਾਮਨਾ ਕਰਦਾ ਹੈ ਇਹ ਜੀਵ, ਕਿ ਮਨ ਦੇ ਵਿੱਚ ਇੱਛਾ ਹੁੰਦੀ ਹੈ, ਉਹ ਹੀ ਫਲ ਪਾਉਣਾ ਕਰਦਾ ਹੈ, ਉਹੀ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਕਿ ਜਿਹੜਾ ਕਾਮਨਾ ਕਰਦਾ ਹੈ ਜੀਵ ਸਤ ਸੰਗਤ ਕਰਕੇ, ਸਾਧੂਆਂ ਦੀ ਸੰਗਤ ਕਰਕੇ, ਉਹ ਹੀ ਫਲ ਪਾਈਂਦਾ ਹੈ।
ਇੱਛਾ ਹੁੰਦਾ ਹੈ ਚੰਗੀ ਹੋਣੀ ਚਾਹੀਦੀ ਹੈ, ਜੋ ਇੱਛਾ ਹੋਣੀ ਹੈ ਉਹ ਚੰਗੀ ਹੋਣੀ ਚਾਹੀਦੀ ਹੈ, ਪਰਮੇਸ਼ਰ ਦੇ ਮਿਲਣ ਦੀ ਇੱਛਾ ਹੋਣੀ ਚਾਹੀਦੀ ਹੈ। ਸਾਧ ਕੈ ਸੰਗ ਨਾ ਬਿਰਥਾ ਜਾਵੇ, ਸਾਧੂਆਂ ਦੇ ਸੰਗ ਕਰਕੇ ਬੇਅਰਥ ਨਹੀਂ ਜਾਂਦਾ, ਭਾਵ ਫਲ ਜ਼ਰੂਰ ਮਿਲਦਾ ਹੈ। ਜੇ ਜੀਵ ਸਤ ਸੰਗਤ ਕਰਦਾ ਹੈ ਫਲ ਜ਼ਰੂਰ ਮਿਲਦਾ ਹੈ। ਇਹ ਨਹੀਂ ਹੈ ਕਿ ਫਲ ਨਾ ਮਿਲੇ, ਸਤ ਸੰਗਤ ਕਰਨੀ ਜ਼ਰੂਰ ਚਾਹੀਦੀ ਹੈ। ਜੈਸਾ ਕਿ ਇੱਕ ਹਰੀ ਚੰਦ ਨਾਮੀ ਰਾਜਾ ਹੋਇਆ ਹੈ, ਜਿਸ ਦੀ ਤਾਰਾ ਰਾਣੀ ਨਾਮ ਦੀ ਇੱਕ ਰਾਣੀ ਕਰਕੇ ਉਸ ਦੇ ਮਹਿਲ ਵਿੱਚ ਪੂਰਨ ਸੁੱਖ ਦਾ ਨਿਵਾਸ ਸੀ। ਇੱਕ ਹਰੀ ਚੰਦ ਨਾਮੀ ਰਾਜਾ ਹੋਇਆ ਹੈ, ਜਿਸ ਦੀ ਤਾਰਾ ਨਾਮ ਦੀ ਰਾਣੀ ਕਰਕੇ ਉਸ ਦੇ ਮਹਿਲ ਵਿੱਚ ਪੂਰਨ ਸੁੱਖ ਦਾ ਨਿਵਾਸ ਸੀ। ਰਾਜੇ ਹਰੀ ਚੰਦ ਦੇ ਰਾਣੀ ਹਰ ਰੋਜ਼ ਪਹਿਰ ਰਾਤ ਰਹਿੰਦੀ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਗੁਰਬਾਣੀ ਦੀ ਕਥਾ ਸੁਣਦੀ ਸੀ। ਰਾਤ ਸੰਗਤ ਕਰਕੇ ਰਾਜੇ ਦੇ ਉੱਠਣ ਤੋਂ ਪਹਿਲਾਂ ਵਾਪਸ ਮਹਿਲਾਂ ਵਿੱਚ ਪਹੁੰਚ ਜਾਂਦੀ ਸੀ। ਹਰ ਰੋਜ਼ ਦੀ ਤਰ੍ਹਾਂ ਜਦੋਂ ਰਾਣੀ ਸਤ ਸੰਗਤ ਨੂੰ ਗਈ ਤਾਂ ਅਚਾਨਕ ਇੱਕ ਦਿਨ ਅੱਧੀ ਰਾਤ ਨੂੰ ਰਾਜਾ ਜਾਗ ਪਿਆ ਤਾਂ ਕੀ ਵੇਖਿਆ ਕਿ ਰਾਣੀ ਨਜ਼ਰ ਨਾ ਆਈ, ਰਾਣੀ ਨਜ਼ਰ ਨਹੀਂ ਆ ਰਹੀ ਮਹਿਲਾਂ ਦੇ ਵਿੱਚ। ਤਾਂ ਮਨ ਵਿੱਚ ਸੋਚਣ ਲੱਗਾ ਕਿ ਰਾਣੀ ਜ਼ਰੂਰ ਵਿਸ਼ੇ ਵਿਕਾਰਾਂ ਭੋਗਣ ਵਾਸਤੇ ਪਰਾਏ ਪੁਰਸ਼ਾਂ ਕੋਲ ਗਈ ਹੋਵੇਗੀ। ਉਸ ਦਿਨ ਤਾਂ ਰਾਜੇ ਨੇ ਰਾਣੀ ਦਾ ਪਿੱਛਾ ਨਾ ਕੀਤਾ। ਦੂਸਰੀ ਰਾਤ ਨੂੰ ਉੱਠ ਕੇ ਰਾਣੀ ਦੇ ਪਿੱਛੇ ਪਿੱਛੇ ਤੁਰ ਪਿਆ। ਜਦੋਂ ਰਾਣੀ ਸਤ ਸੰਗਤ ਦੇ ਵਿੱਚ ਪਹੁੰਚੀ, ਰਾਣੀ ਸਤ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਭਜਨ ਵਿੱਚ ਮਗਨ ਹੋ ਗਈ, ਮਸਤ ਹੋ ਗਈ। ਤਾਂ ਰਾਜੇ ਨੇ ਰਾਣੀ ਦੀ ਜੋ ਸੋਨੇ ਦੀ ਖੜਾਮ ਸੀ ਉਹ ਚੁੱਕ ਕੇ ਮਹਿਲ ਵਿੱਚ ਲਿਆ ਕੇ ਅਲਮਾਰੀ ਵਿੱਚ ਰੱਖ ਕੇ ਜਿੰਦਰਾ ਮਾਰ ਦਿੱਤਾ ਕਿ ਜਦੋਂ ਰਾਣੀ ਆਵੇਗੀ ਤਾਂ ਪੁੱਛਾਂਗਾ ਕਿ ਤੇਰੀ ਸੋਨੇ ਦੀ ਖੜਾਮ ਕਿੱਥੇ ਹੈ। ਜਦੋਂ ਸਤ ਸੰਗਤ ਦੀ ਸਮਾਪਤੀ ਹੋਈ ਤਾਂ ਰਾਣੀ ਉੱਠੀ। ਬਾਹਰ ਆ ਕੇ ਜਦੋਂ ਖੜਾਮ ਪਾਉਣ ਲੱਗੀ ਰਾਣੀ ਤਾਂ ਕੀ ਵੇਖਿਆ ਕਿ ਇੱਕ ਖੜਾਮ ਹੈ, ਇੱਕ ਹੈ ਨਹੀਂ। ਦੂਸਰੀ ਖੜਾਮ ਨਹੀਂ। ਤਾਂ ਰਾਣੀ ਨੇ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੰਗਤ ਜੀ ਮੇਰੀ ਖੜਾਮ ਕਿਸੇ ਨੇ ਚੁੱਕ ਲਈ ਹੈ। ਜੇ ਮੇਰੀ ਖੜਾਮ ਨਾ ਮਿਲੀ ਤਾਂ ਰਾਜੇ ਨੇ ਮੈਨੂੰ ਦੰਡ ਦੇਣਾ ਹੈ। ਤੁਸੀਂ ਕਿਰਪਾ ਕਰਕੇ ਮੇਰੀ ਆਪ ਦੀ ਨਿਮਾਣੀ ਦੀ ਪ੍ਰਭੂ ਅੱਗੇ ਅਰਦਾਸ ਕਰੋ। ਪ੍ਰਭੂ ਅੱਗੇ ਅਰਦਾਸ ਕਰੋ ਕਿ ਕਿਰਪਾ ਕਰੇ ਪਰਮੇਸ਼ਰ। ਉਸ ਵੇਲੇ ਪ੍ਰਭੂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰ ਕੇ ਸੰਗਤ ਨੇ ਅਰਦਾਸ ਕੀਤੀ ਤਾਂ ਇੱਕ ਮਹਾਤਮਾ ਹੋਕਾ ਦਿੰਦਾ ਆਇਆ, ਭਾਵ ਪਰਮਾਤਮਾ ਹੀ ਮਹਾਤਮਾ ਰੂਪ ਵਿੱਚ ਹੋਕਾ ਦਿੰਦਾ ਆਇਆ ਕਿ ਕਿਸੇ ਦੀ ਖੜਾਮ ਗਵਾਚੀ ਹੋਵੇ। ਜਦੋਂ ਰਾਣੀ ਨੇ ਕਿਹਾ ਕਿ ਮੇਰੀ ਖੜਾਮ ਹੈ, ਜਦੋਂ ਖੜਾਮ ਵੇਖੀ ਬਿਲਕੁਲ ਉਸੇ ਖੜਾਮ ਨਾਲ ਦੀ ਖੜਾਮ ਸੀ। ਰਾਣੀ ਨੇ ਖੜਾਮ ਪਾਈ ਤੇ ਪਹਿਲਾਂ ਵਾਹਿਗੁਰੂ ਖੜਾਮ ਪਾਈ ਤੇ ਮਹਿਲਾਂ ਵਿੱਚ ਪਹੁੰਚੀ। ਜਦੋਂ ਰਾਜੇ ਨੇ ਵੇਖਿਆ ਕਿ ਰਾਣੀ ਖੜਾਮ ਪਾਈ ਫਿਰਦੀ ਹੈ ਤਾਂ ਰਾਜੇ ਨੇ ਜੋ ਖੜਾਮ ਅਲਮਾਰੀ ਵਿੱਚ ਰੱਖੀ ਸੀ ਕੱਢੀ ਤਾਂ ਵੇਖ ਕੇ ਹੈਰਾਨ ਹੋ ਗਿਆ ਅਤੇ ਰਾਜਾ ਵੀ ਸਤ ਸੰਗਤ ਦੇ ਪ੍ਰਭਾਵ ਕਰਕੇ ਸਤ ਸੰਗੀ ਬਣ ਗਿਆ। ਇਸੇ ਪ੍ਰਕਾਰ ਇਸ ਸਾਖੀ ਵਿੱਚ ਸਾਧ ਸੰਗਤ ਦਾ ਉਪਦੇਸ਼ ਹੈ ਕਿ ਸਤ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ। ਸਤ ਸੰਗਤ ਦੇ ਵਿੱਚੋਂ ਜਿਵੇਂ ਰਾਣੀ ਨੂੰ ਇੱਛਾ ਕਰਕੇ ਖੜਾਮ ਮਿਲੀ, ਇਸੇ ਪ੍ਰਕਾਰ ਜੋ ਜੀਵ ਪਰਮੇਸ਼ਰ ਤੋਂ ਕਾਮਨਾ ਕਰਦਾ ਹੈ, ਇੱਛਾ ਕਰਦਾ ਹੈ, ਉਹੀ ਫਲ ਪਾਉਂਦਾ ਹੈ। ਜੈਸਾ ਕਿ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਸੁਖ ਰਾਜੇ ਹਰੀ ਚੰਦ ਘਰ ਨਾਰਸ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੈ ਗੁਰਬਾਣੀ। ਪਿੱਛੇ ਰਾਜਾ ਜਾਗਿਆ ਅੱਧੀ ਰਾਤ
ਨਿਖੰਡ ਬਿਹਾਣੀ ਰਾਣੀ ਦਿਸ ਨ ਆਵਈ। ਮਨ ਵਿੱਚ ਵਰਤ ਗਈ ਹੈ ਰਾਣੀ, ਹੋਰ ਤਤਾਈ ਉੱਠ ਕੇ ਚੱਲਿਆ ਪਿੱਛੇ ਤੁਰ। ਉੱਠ ਕੇ ਚੱਲਿਆ ਪਿੱਛੇ ਤਰਲ ਜੁਆਣੀ, ਰਾਣੀ ਪਹੁੰਚੀ ਸੰਗਤੀ ਰਾਜੇ ਖੜੀ। ਖੜਾਓ ਨਿਸ਼ਾਨੀ ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਓ ਪੁਰਾਣੀ। ਰਾਜੇ ਡਿਠਾ ਚਲਿਤ ਇਹੋ, ਦੇਹ ਖੜਾਮਹਿ ਹੋਰ ਵਿਡਾਣੀ। ਸਾਧ ਸੰਗਤ ਬਿਟਹੁ ਕੁਰਬਾਣੀ। ਕਿ ਰਾਜੇ ਰਾਣੀ ਨੇ ਜਦੋਂ ਨਿਸ਼ਚਾ ਕਰਕੇ ਇੱਛਾ ਕਰਕੇ ਖੜਾਮ ਦੀ ਅਰਦਾਸ ਕੀਤੀ, ਉਸ ਦੀ ਇੱਛਾ ਪੂਰੀ ਹੋਈ। ਸਤ ਸੰਗਤ ਦਾ ਇਹ ਫਲ ਹੈ ਕਿ ਜੋ ਵੀ ਸਤ ਸੰਗਤ ਕਰਦਾ ਹੈ, ਸਤ ਸੰਗਤ ਦੇ ਵਿੱਚ ਜੋ ਵੀ ਇੱਛਾ ਹੁੰਦੀ ਹੈ, ਜੋ ਇੱਛਾ ਸੋਈ ਫਲ ਪਾਵੈ। ਜਿਹੜੀ ਵੀ ਇੱਛਾ ਕਾਮਨਾ ਕਰਦਾ ਹੈ ਜੀਵ, ਉਹ ਹੀ ਪ੍ਰਾਪਤ ਹੁੰਦੀ ਹੈ। ਇਹ ਇੱਛਾ ਚੰਗੀ ਹੋਣੀ ਚਾਹੀਦੀ ਹੈ, ਪਰ ਸਾਧ ਕੈ ਸੰਗ ਨਾ ਬਿਰਥਾ ਜਾਵੇ। ਸਾਧੂਆਂ ਦੇ ਸੰਗ ਕਰਕੇ, ਸਾਧੂਆਂ ਦੇ ਸੰਗ ਕਰਕੇ ਸਤ ਸੰਗਤ ਦਾ ਜਿਹੜਾ ਪ੍ਰਤਾਪ ਹੈ, ਸਤ ਸੰਗਤ ਦੇ ਵਿੱਚ ਇੱਛਾ ਕਰਨੀ ਹੈ, ਉਹ ਬਿਰਥੀ ਨਹੀਂ ਜਾਂਦੀ। ਪਾਰ ਬ੍ਰਹਮ ਸਾਧ ਰਿਤ ਵਸੈ। ਕਿ ਮਹਾਤਮਾ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਾ ਰੂਪ ਪਰਮੇਸ਼ਰ ਵਸ ਰਿਹਾ ਹੈ। ਨਾਨਕ ਉਧਰੈ ਸਾਧ ਸੁਨ ਰਸੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਸਾਧੂਆਂ ਤੋਂ ਹਰੀ ਪਰਮੇਸ਼ਰ ਦਾ ਨਾਮ ਸੁਣਦੇ ਹਨ, ਉਹ ਨਾਮ ਨੂੰ ਚਿੱਤ ਵਿੱਚ ਰਸਾ ਕੇ ਮੁਕਤ ਹੁੰਦੇ ਹਨ। ਜੋ ਨਾਮ ਨੂੰ ਚਿੱਤ ਦੇ ਵਿੱਚ ਰਸਾ ਕੇ ਰਸ ਲੈ ਕੇ ਜਪਦੇ ਹਨ, ਉਹ ਮੁਕਤ ਹੁੰਦੇ ਹਨ। ਭਾਵ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਜੋ ਕੰਨਾਂ ਨਾਲ ਸੁਣ ਕੇ ਰਸਨਾ ਨਾਲ ਰਸਦੇ ਹਨ, ਰਸਨਾ ਦੇ ਨਾਲ ਰਸ ਨਾਮ ਦਾ ਲੈਂਦੇ ਹਨ, ਉਹ ਉਧਰ ਜਾਂਦੇ ਹਨ, ਤਰ ਜਾਂਦੇ ਹਨ। ਸਾਧ ਕੈ ਸੰਗ ਸੁਨੋ ਹਰਿ ਨਾਉ। ਸਾਧੂਆਂ ਦੇ ਸੰਗ ਕਰਕੇ ਹਰੀ ਵਾਹਿਗੁਰੂ ਦਾ ਨਾਮ ਸੁਣਨਾ ਕਰੋ। ਜੋ ਸਤ ਸੰਗਤ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਵਡਿਆਈ, ਪਰਮੇਸ਼ਰ ਦੀ ਬਚਨਾਂ ਦੀ ਵਡਿਆਈ ਹੁੰਦੀ ਹੈ, ਨਾਮ ਜਪਣ ਦਾ ਉਪਦੇਸ਼ ਹੁੰਦਾ ਹੈ। ਕਿ ਸਾਧੂਆਂ ਦੇ ਸੰਗ ਕਰਕੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਨਾ ਕਰੋ ਅਤੇ ਸਾਧ ਸੰਗ ਹਰਿ ਕੇ ਗੁਣ ਗਾਓ। ਸਾਧੂਆਂ ਦੀ ਸੰਗਤ ਕਰਕੇ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ। ਸਾਧ ਕੈ ਸੰਗ ਨਾ ਮਨ ਤੇ ਵਿਸਰੈ। ਸਾਧੂਆਂ ਦੀ ਸੰਗਤ ਕਰਕੇ ਇਹ ਫਲ ਪ੍ਰਾਪਤ ਹੁੰਦਾ ਹੈ ਕਿ ਮਨ ਤੋਂ, ਅੰਤਸਕਰਨ ਤੋਂ, ਹਿਰਦੇ ਤੋਂ ਹਰੀ ਵਾਹਿਗੁਰੂ ਭੁੱਲਦਾ ਨਹੀਂ ਹੈ। ਸਤ ਸੰਗਤ ਕਰਨ ਕਰਕੇ ਇਹ ਫਲ ਪ੍ਰਾਪਤ ਹੁੰਦਾ ਹੈ ਕਿ ਹਿਰਦੇ ਤੋਂ ਹਰੀ ਵਾਹਿਗੁਰੂ ਭੁੱਲਦਾ ਨਹੀਂ। ਸਤ ਸੰਗੀਆਂ ਦੇ ਸਾਧ ਸੰਗ ਸਰ ਪਰ ਨਿਸਤਰੈ। ਸਾਧੂਆਂ ਦੀ ਸੰਗਤ ਕਰਕੇ ਸੰਸਾਰਕ ਪ੍ਰਪੰਚ ਤੋਂ ਜ਼ਰੂਰ ਭਾਵ ਨਿਸ਼ਚੇ ਕਰਕੇ ਤਰ ਜਾਈਦਾ ਹੈ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਸਾਧੂਆਂ ਦੇ ਸੰਗ ਕਰਕੇ, ਸਾਧੂਆਂ ਦੀ ਸਤ ਸੰਗਤ ਕਰਕੇ ਹਰੀ ਵਾਹਿਗੁਰੂ ਦਾ ਨਾਮ ਮਿੱਠਾ ਪਿਆਰਾ ਲੱਗਦਾ ਹੈ। ਸਾਧੂ ਕੈ ਸੰਗ ਘਟ ਘਟ ਡੀਠਾ। ਸਾਧੂਆਂ ਦੇ ਸੰਗ ਕਰਕੇ ਘਟਾਂ ਵਿੱਚ, ਹਿਰਦਿਆਂ ਵਿੱਚ ਉਹ ਹਰੀ ਪ੍ਰਭੂ ਵਿਆਪਕ ਪ੍ਰਤੱਖ ਵੇਖੀਦਾ ਹੈ। ਮਹਾਰਾਜ ਜੀ ਸਮਝਾ ਰਹੇ ਹਨ ਗੁਰਬਾਣੀ ਦੁਆਰਾ ਬੜੇ ਹੀ ਵਿਸਥਾਰ ਦੇ ਨਾਲ, ਸਾਧ ਸੰਗ ਭਏ ਆਗਿਆਕਾਰੀ। ਕਿ ਸਾਧੂਆਂ ਦੀ ਸੰਗਤ ਕਰਕੇ ਮਨ ਆਦਿਕ ਇੰਦਰੇ ਵੀ ਆਗਿਆਕਾਰੀ ਮੰਨਣ ਵਾਲੇ ਹੋ ਜਾਂਦੇ ਹਨ। ਜਿਹੜੇ ਇੰਦਰੇ ਹਨ ਇਸ ਦੇ, ਉਹ ਵੀ ਫਿਰ ਸਤ ਸੰਗਤ ਕਰਕੇ ਆਗਿਆਕਾਰੀ ਹੁਕਮ ਮੰਨਣ ਵਾਲੇ ਹੋ ਜਾਂਦੇ ਹਨ। ਜਗਿਆਸੂਆਂ ਦੇ ਮਨ ਵੀ ਸਾਧ ਸੰਗਤ ਦੇ ਆਗਿਆਕਾਰੀ ਹੋਏ ਹਨ। ਸਾਧ ਸੰਗਤ ਭਈ ਹਮਾਰੀ। ਸਾਧੂਆਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਆਗਿਆਕਾਰੀ ਭਾਣਾ ਮੰਨਣ ਵਾਲੇ ਹੋ ਜਾਈਦਾ ਹੈ।
ਸਾਧ ਸੰਗਤ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗਤ ਭਈ ਹਮਾਰੀ, ਹਮਾਰੀ ਸਾਡੀ ਗਤ ਕਲਿਆਣ ਹੋਈ ਹੈ ਕਿ ਅਸੀਂ ਸਾਧੂਆਂ ਦਾ ਸੰਗ ਕੀਤਾ, ਸਾਧੂਆਂ ਦੀ ਸਤ ਸੰਗਤ ਸੁਣੀ, ਸਤ ਸੰਗਤ ਕਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਡੀ ਗਤ ਹੋ ਗਈ, ਸਾਡੀ ਕਲਿਆਣ ਹੋਈ ਹੈ। ਸਾਧ ਕੈ ਸੰਗ ਮਿਟੇ ਸਭ ਰੋਗ, ਸਾਧੂਆਂ ਦੀ ਸੰਗਤ ਕਰਕੇ ਸਾਰੇ ਹੰਕਾਰ ਆਦਿਕ ਰੋਗ ਨਾਸ ਹੋ ਜਾਂਦੇ ਹਨ। ਨਾਨਕ ਸਾਧ ਭੇਟੇ ਸੰਜੋਗ, ਨਾਨਕ ਸਾਧ ਭੇਟੇ ਸੰਜੋਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੂਰਬਲੇ ਸੰਜੋਗ ਕਰਕੇ, ਪੂਰਬਲੇ ਮਿਲਾਪ ਕਰਕੇ, ਭਾਵ ਭਾਗਾਂ ਕਰਕੇ, ਚੰਗੀ ਕਿਸਮਤ ਕਰਕੇ ਸੰਤਾਂ ਦੀ ਸੰਗਤ ਮਿਲਦੀ ਹੈ। ਸੰਤਾਂ ਦੀ ਸੰਗਤ ਸੰਜੋਗਾਂ ਕਰਕੇ ਮਿਲਦੀ ਹੈ। ਸਾਧੂ ਮਿਲੈ ਪੂਰਬ ਸੰਜੋਗ, ਸੱਚ ਰਹਿਸੇ ਪੂਰੇ ਹਰ ਲੋਗ। ਮਹਾਰਾਜ ਜੀ ਸਮਝਾ ਰਹੇ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣਹਿ। ਸਾਧੂਆਂ ਦੀ, ਮਹਾਤਮਾ ਜਨਾਂ ਦੀ, ਨਾਮ ਜਪਣ ਵਾਲਿਆਂ ਦੀ, ਬ੍ਰਹਮ ਗਿਆਨੀਆਂ ਦੀ ਵਡਿਆਈ ਤਾਂ ਵੇਦ ਵੀ ਨਹੀਂ ਜਾਣਦੇ। ਜੇਤਾ ਸੁਣਹਿ ਤੇਤਾ ਬਖਿਆਨਹਿ, ਜੇਤਾ ਜਿਤਨਾ ਬਖਤਿਆਂ ਨੇ ਵੇਦਾਂ ਦੁਆਰਾ ਸੁਣਿਆ ਹੈ ਓਨਾ ਹੀ ਬਖਿਆਨੇ ਕਥਨ ਕਰਦੇ ਹਨ। ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਅਰਜਨ ਨੂੰ ਉਪਦੇਸ਼ ਦਿੱਤਾ ਕਿ ਕਰਮ ਉਪਾਸਨਾ ਗਿਆਨ ਨੂੰ ਹੀ ਵੇਦ ਕਥਨ ਕਰਦੇ ਹਨ। ਜੋ ਸੰਤਾਂ ਦਾ ਤੁਰਿਆ ਪਦ ਸਵੈ ਸਵੇਦ, ਸਵੈ ਅਨੁਭਵ ਅਗੰਮ ਅਵਸਥਾ ਹੈ, ਉਸ ਨੂੰ ਵੇਦ ਕਥਨ ਨਹੀਂ ਕਰ ਸਕਦੇ। ਪਰ ਸਵੇਦ ਜੋ ਦੂਸਰੇ ਕਰਕੇ ਜਾਣਿਆ ਜਾਵੇ ਉਸ ਨੂੰ ਵੇਦ ਕਥਨ ਕਰਦੇ ਹਨ। ਮਹਾਤਮਾ ਨੇ ਸਵੈ ਅਨੁਭਵ ਕਰਕੇ ਵਾਹਿਗੁਰੂ ਨੂੰ ਜਾਣਿਆ ਹੈ। ਵੇਦ ਕੀ ਕਥਨ ਕਰ ਸਕਦੇ ਹਨ ਕਿ ਮੁੱਖ ਅਰਥ ਇਹੋ ਹੈ, ਵੇਦ ਤਾਂ 4 ਘੜੇ ਪਾਣੀ ਭਰੇ ਹੋਏ ਹਨ। ਜੋ ਵੇਦ ਹਨ 4 ਘੜੇ ਪਾਣੀ ਭਰੇ ਹੋਏ ਹਨ, ਪਰ ਮਹਾਤਮਾ ਜਨਾਂ ਦੇ ਹਿਰਦੇ ਸਮੁੰਦਰ ਦੀ ਨਿਆਈ ਬੇਅੰਤ ਹਨ। ਸਮੁੰਦਰ 'ਚੋਂ ਜਿਤਨੇ ਮਰਜ਼ੀ ਘੜੇ ਪਾਣੀ ਦੇ ਭਰ ਲਈਏ ਪਰ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹਾਤਮਾ ਦਾ ਹਿਰਦਾ ਬੁੱਧੀ ਰੂਪ ਸਿੱਪੀ ਨਾਲ ਕੋਈ ਇੰਚ ਵੀ ਦੱਸ ਦੇਵੇ ਨਹੀਂ ਦੱਸਿਆ ਜਾ ਸਕਦਾ। ਸੰਤਾਂ ਦੀ ਮਹਿਮਾ ਬੜੀ ਅਪਾਰ ਹੈ ਕਿ ਮਹਾਤਮਾ ਜਨਾਂ ਦੀ ਸੰਗਤ ਵਿੱਚ ਇੱਕ ਰਾਜਾ ਹਰ ਰੋਜ਼ ਪਰਮੇਸ਼ਰ ਦੀ ਕਥਾ ਸ਼ਰਾਵਣ ਕਰਦਾ ਸੀ, ਕਥਾ ਸੁਣਿਆ ਕਰਦਾ ਸੀ। ਮਹਾਤਮਾ ਜਨ ਦੀ ਸੰਗਤ ਵਿੱਚ, ਸਾਧੂਆਂ ਦੀ ਸੰਗਤ ਵਿੱਚ ਇੱਕ ਰਾਜਾ ਹਰ ਰੋਜ਼ ਪਰਮੇਸ਼ਰ ਦੀ ਕਥਾ ਸ਼ਰਾਵਣ ਕਰਦਾ ਸੀ, ਕਥਾ ਸੁਣਦਾ ਸੀ। ਸੰਤਾਂ ਨੇ ਇੱਕ ਦਿਨ ਕਥਾ ਕਰਦਿਆਂ ਸੰਤਾਂ ਦੀ ਮਹਿਮਾ ਬਾਬਤ ਫਰਮਾਇਆ ਕਿ ਵੇਦ ਵੀ ਸੰਤਾਂ ਦੀ ਮਹਿਮਾ ਨਹੀਂ ਜਾਣ ਸਕਦੇ। ਰਾਜੇ ਨੇ ਇਹ ਗੱਲ ਸੁਣ ਕੇ ਕਿਹਾ ਕਿ ਮਹਾਤਮਾ ਜੀ, ਜੇ ਸੰਤਾਂ ਦੀ ਮਹਿਮਾ ਵੇਦ ਨਹੀਂ ਜਾਣਦੇ ਤਾਂ ਹੋਰ ਕੌਣ ਜਾਣੇਗਾ। ਰਾਜਾ ਵੇਦਾਂ ਤੋਂ ਭਾਵਨਾ ਰੱਖਣ ਵਾਲਾ ਸੀ, ਵੇਦਾਂ 'ਤੇ ਵਿਸ਼ਵਾਸ ਰੱਖਣ ਵਾਲਾ ਸੀ। ਸੰਤਾਂ ਨੇ ਕਿਹਾ ਕਿ ਗੁਰਾਂ ਦੀ ਬਾਣੀ ਸਹੀ ਹੈ, ਕਦੇ ਵੀ ਗੁਰਬਾਣੀ ਵਿੱਚ ਜੋ ਚੀਜ਼ ਨਾ ਹੋਵੇ ਉਹ ਲਿਖੀ ਨਹੀਂ, ਜੋ ਚੀਜ਼ ਹੁੰਦੀ ਹੈ ਉਹ ਗੁਰਬਾਣੀ ਵਿੱਚ ਲਿਖੀ ਹੋਈ ਹੈ। ਜਦੋਂ ਰਾਜਾ ਬਹੁਤ ਹੀ ਜਿੱਦ ਕਰਨ ਲੱਗਿਆ ਕਿ ਵੇਦਾਂ ਤੋਂ ਵੱਡਾ ਕੋਈ ਨਹੀਂ, ਜਦੋਂ ਰਾਜਾ ਜਿੱਦ ਕਰਨ ਲੱਗਿਆ ਕਿ ਮੈਨੂੰ ਦੱਸਣਾ ਕਰੋ ਕਿ ਵੇਦ ਕਿਵੇਂ ਨਹੀਂ ਕਥਨ ਕਰ ਸਕਦੇ ਸਾਧੂਆਂ ਦੀ ਮਹਿਮਾ, ਤਾਂ ਸੰਤਾਂ ਨੇ ਕਿਹਾ ਕਿ ਰਾਜਨ, ਤੇਰਾ ਪੁੱਤਰ ਹੀ ਇਸ ਤੁਕ ਦੇ ਅਰਥ ਕਰਕੇ ਤੇਰਾ ਸ਼ੰਕਾ ਨਿਵਰਤ ਕਰੇਗਾ, ਤੂੰ ਜਾ ਕੇ ਆਪਣੇ ਪੁੱਤਰ ਤੋਂ ਪੁੱਛੀ। ਇਹ ਸੁਣ ਕੇ ਰਾਜਾ ਕਹਿਣ ਲੱਗਿਆ ਕਿ ਮੇਰੇ ਘਰ ਤਾਂ ਪੁੱਤਰ ਹੀ ਨਹੀਂ, ਮੈਨੂੰ ਪੁੱਤਰ ਕਿਵੇਂ ਦੱਸ ਦੇਵੇਗਾ। ਪੁੱਤਰ ਪ੍ਰਾਪਤੀ ਵਾਸਤੇ ਮੈਂ ਅਨੇਕਾਂ ਯੋਗ ਪੁੰਨ ਦਾਨ ਕਰਵਾਏ, ਪਰ ਪੁੱਤਰ ਦੀ ਪ੍ਰਾਪਤੀ ਫਿਰ ਵੀ ਨਹੀਂ ਹੋਈ। ਦੇਵਤਿਆਂ ਨੇ ਆਕਾਸ਼ਬਾਣੀ ਰਾਹੀਂ ਕਿਹਾ
ਕਿ 7 ਜਨਮ ਤੱਕ ਤੇਰੇ ਘਰ ਪੁੱਤਰ ਨਹੀਂ ਪੈਦਾ ਹੋਵੇਗਾ। ਰਾਜਾ ਕਹਿਣ ਲੱਗਿਆ, ਪਰ ਆਪ ਜੀ ਨੇ ਕਿਸ ਤਰ੍ਹਾਂ ਕਹਿ ਦਿੱਤਾ ਕਿ ਤੇਰਾ ਪੁੱਤਰ ਹੀ ਜਵਾਬ ਦੇਗਾ, ਪੁੱਤਰ ਮੇਰੇ 7 ਜਨਮ ਵੀ ਨਹੀਂ ਹੋਣਾ। ਇਹ ਗੱਲ ਸੁਣ ਕੇ ਸੰਤਾਂ ਨੇ ਕਿਹਾ ਕਿ ਪਰਮੇਸ਼ਰ ਦੀ ਕਿਰਪਾ ਨਾਲ ਅਤੇ ਸਾਧੂਆਂ ਦੇ ਸੰਗ ਕਰਕੇ ਤੇਰੇ ਘਰ ਪੁੱਤਰ ਹੋਵੇਗਾ ਅਤੇ ਅਰਥ ਵੀ ਪੁੱਤਰ ਹੀ ਸੁਣਾਏਗਾ। ਇਹ ਗੱਲ ਸੁਣ ਕੇ ਰਾਜਾ ਖੁਸ਼ ਹੋਇਆ। ਮਹਾਤਮਾ ਦੇ ਚਰਨਾਂ, ਵਾਹਿਗੁਰੂ ਮਹਾਤਮਾ ਦੇ ਬਚਨਾਂ ਅਨੁਸਾਰ ਸਮੇਂ ਮੁਤਾਬਕ ਰਾਜੇ ਦੇ ਘਰ ਲੜਕਾ ਪੈਦਾ ਹੋਇਆ। ਮਹਿਲ ਵਿੱਚ ਖੁਸ਼ੀਆਂ ਦੇ ਲੱਡੂ ਵੰਡੇ ਗਏ, ਦਾਨ ਕੀਤੇ ਗਏ। ਰਾਜੇ ਨੇ ਜੋਤਸ਼ੀਆਂ ਨੂੰ ਬੁਲਾ ਕੇ ਲੜਕੇ ਦੀ ਜਨਮ ਕੁੰਡਲੀ ਬਾਰੇ ਪੁੱਛਿਆ। ਜੋਤਸ਼ੀਆਂ ਦੇ ਲਗਨ ਦੇਖ ਕੇ ਕਿਹਾ ਕਿ ਰਾਜਨ ਤੇਰੇ ਪੁੱਤ ਦੀ ਉਮਰ 11 ਸਾਲ 11 ਮਹੀਨੇ 11 ਦਿਨ ਦੀ ਹੋਵੇਗੀ। ਰਾਜਾ ਸੁਣ ਕੇ ਹੈਰਾਨ ਹੋਇਆ ਤੇ ਸੋਚਣ ਲੱਗਾ ਕਿ ਇਤਨੀ ਛੋਟੀ ਉਮਰ ਹੈ। ਰਾਜੇ ਨੇ ਆਪਣੇ ਪੁੱਤਰ ਨੂੰ ਧਰਮ ਸ਼ਾਸਤਰ ਪੜ੍ਹਾਉਣ ਲਈ ਸਾਧੂਆਂ ਦੀ ਜਮਾਤ ਕੋਲ ਭੇਜਿਆ। ਸੋਚਣ ਲੱਗਿਆ ਕਿ ਥੋੜ੍ਹੇ ਸਮੇਂ ਬਾਅਦ ਮਰ ਜਾਣਾ ਹੀ ਹੈ ਇਸਨੇ। ਰਾਜੇ ਦੇ ਲੜਕੇ ਨੇ ਤਾਨ ਮਨ ਨਾਲ ਸਾਧੂਆਂ ਦੀ ਬਹੁਤ ਸੇਵਾ ਕੀਤੀ, ਕਿਉਂ ਜੋ ਉਸਨੇ ਸਾਧੂਆਂ ਤੋਂ ਪੜ੍ਹਿਆ ਕਿ ਸੰਤਾਂ ਦੀ ਸੇਵਾ ਕਰਨ ਦਾ ਆਹ ਫਲ ਹੈ। ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸੰਤਾਂ ਨੇ ਵਰ ਦਿੱਤਾ ਕਿ ਲੰਮੀ ਉਮਰ ਵਾਲਾ ਹੋਵੇਂ। ਉਸ ਵੇਲੇ ਲੜਕੇ ਨੇ ਸੰਤਾਂ ਨੂੰ ਆਪਣੀ ਸਾਰੀ ਵਾਰਤਾ ਜੋ ਆਪਣੇ ਪਿਤਾ ਤੋਂ ਸੁਣੀ ਸੀ ਕਿ ਤੇਰੀ ਉਮਰ ਇਤਨੀ ਹੈ, ਸਾਧੂਆਂ ਨੂੰ ਸੁਣਾਉਣਾ ਕੀਤਾ। ਬੱਚੇ ਨੇ ਸੰਤਾਂ ਨੇ ਕਿਹਾ ਤੇਰੀ ਉਮਰ 100 ਸਾਲ ਵੱਧ ਜਾਵੇਗੀ, ਭਾਵ 111 ਸਾਲ 11 ਮਹੀਨੇ 11 ਦਿਨ ਹੋਵੇਗੀ। ਜਦੋਂ ਸੰਤਾਂ ਨੇ ਵਰ ਦੇ ਦਿੱਤਾ ਤਾਂ ਰਾਜੇ ਦਾ ਪੁੱਤਰ 12 ਸਾਲ ਉਮਰ ਤੱਕ ਸਾਧੂਆਂ ਦੀ ਸੇਵਾ ਵਿੱਚ ਹੀ ਰਿਹਾ। 12 ਸਾਲ ਤੋਂ ਬਾਅਦ ਆਪਣੇ ਘਰ ਜਦੋਂ ਪਰਤਿਆ ਤਾਂ ਰਾਜਾ ਦੇਖ ਕੇ ਹੈਰਾਨ ਹੋ ਗਿਆ ਕਿ ਤੇਰੀ ਉਮਰ 11 ਸਾਲ 11 ਮਹੀਨੇ 11 ਦਿਨ ਦੀ ਸੀ। ਜਦੋਂ ਲੜਕੇ ਨੇ ਸਾਰੀ ਵਾਰਤਾ ਸੰਤਾਂ ਦੀ ਸੇਵਾ ਵਾਲੀ ਦੱਸੀ ਕਿ ਸੰਤਾਂ ਦੀ ਸੇਵਾ ਕਰਕੇ, ਸਤ ਸੰਗਤ ਦੀ ਸੇਵਾ ਕਰਕੇ ਵਰ ਨਾਲ ਮੇਰੀ ਉਮਰ 100 ਸਾਲ ਵੱਧ ਗਈ ਹੈ ਅਤੇ ਸੰਤਾਂ ਦੀ ਉਪਮਾ ਦੀਆਂ ਬੇਅੰਤ ਹੀ ਕਹਾਣੀਆਂ ਤੇ ਪ੍ਰਮਾਣ ਸੁਣਾਏ, ਤਾਂ ਰਾਜੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਕ ਤੇ ਸਰਧਾ ਬੱਝੀ ਕਿ ਵਾਕਿਆ ਹੀ ਵੇਦ ਸੰਤਾਂ ਦੀ ਮਹਿਮਾ ਕਥਨ ਨਹੀਂ ਕਰ ਸਕਦੇ। ਰਾਜਾ ਸੰਤਾਂ ਦਾ ਸੇਵਕ ਬਣ ਕੇ ਸੰਤਾਂ ਦੀ ਸੇਵਾ ਕਰਨ ਲੱਗ ਪਿਆ। ਸੰਤਾਂ ਦੀ ਸੇਵਾ 'ਚ ਇਤਨਾ ਫਲ ਹੈ ਕਿ ਸਾਧ ਕੀ ਮਹਿਮਾ ਵੇਦ ਨਾ ਜਾਣਹਿ, ਜੇਤਾ ਸੁਨਹਿ ਤੇਤਾ ਬਖਿਆਨਹਿ। ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਕਿ ਸਾਧ ਕੀ ਉਪਮਾ, ਸਾਧੂਆਂ ਦੀ ਉਪਮਾ, ਸਾਧੂਆਂ ਦੀ ਵਡਿਆਈ ਤੇ ਇਹ ਹੁੰਦਾ ਤਿੰਨਾਂ ਗੁਣਾਂ ਤੋਂ ਦੂਰ ਪਰੇ ਹੈ, ਭਾਵ ਰਜੋਂ ਤਮੋਂ ਸਤੋਂ ਤੋਂ ਦੂਰ ਹੈ। ਸਾਧ ਕੀ ਉਪਮਾ ਰਹੀ ਭਰਪੂਰ, ਸਾਧੂਆਂ ਦੀ ਉਪਮਾ, ਸਾਧੂਆਂ ਦੀ ਵਡਿਆਈ ਸਾਰੇ ਵਿਆਪਕ ਹੋ ਕੇ ਭਰਪੂਰ ਲਵਾ ਲਵ ਭਰੀ ਹੋਈ ਹੈ, ਭਾਵ ਸਮਾ ਰਹੀ ਹੈ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧੂਆਂ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾਂਦਾ। ਸਾਧ ਕੀ ਸੋਭਾ ਕਾ ਨਾਹੀ ਅੰਤ, ਕਿ ਸਾਧੂਆਂ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਧ ਕੀ ਸੋਭਾ ਸਦਾ ਬੇਅੰਤ, ਸਾਧੂਆਂ ਦੀ ਸੋਭਾ ਵਡਿਆਈ ਹਮੇਸ਼ਾ ਅੰਤ ਤੋਂ ਰਹਿਤ, ਭਾਵ ਬੇਅੰਤ ਹੈ। ਸਾਧ ਕੀ ਸੋਭਾ ਊਚ ਤੇ ਊਚੀ, ਸ੍ਰੇਸ਼ਟ ਜਨਾਂ ਦੀ, ਭਾਵ ਸੰਤਾਂ ਦੀ ਵਡਿਆਈ ਜੋ ਬ੍ਰਹਮਾ ਆਦਿਕ ਉੱਚੇ ਹਨ, ਉਹਨਾਂ ਤੋਂ ਵੀ ਉੱਚੀ ਸ੍ਰੇਸ਼ਟ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ, ਕਿ ਸਾਧੂਆਂ ਦੀ ਸੋਭਾ ਮਹਿਮਾ ਮੂਚ ਵੱਡਿਆਂ ਤੋਂ ਵੀ ਮੂਚੀ ਵੱਡੀ ਹੈ, ਭਾਵ ਵਿਸਥਾਰ ਵਾਲੇ ਬ੍ਰਹਮੰਡਾਂ ਆਦਿਕ ਤੋਂ ਵੀ
ਵਿਸਥਾਰ ਵਾਲੀ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਸਾਧ ਕੀ ਸੋਭਾ ਸਾਧ ਬਨ ਆਈ। ਸਾਧੂ ਜਨਾਂ ਦੀ, ਮਹਾਤਮਾ ਜਨਾਂ ਦੀ ਸੋਭਾ ਮਹਾਤਮਾ ਨੂੰ ਹੀ ਬਣ ਆਈ ਹੈ। ਭਾਵ ਪੂਰਨ ਰੂਪ ਦੇ ਵਿੱਚ ਹੋਰ ਕੋਈ ਨਹੀਂ ਜਾਣਦਾ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਹੇ ਭਰਾਵੋ, ਹਰੀ ਵਾਹਿਗੁਰੂ ਤੇ ਸੰਤਾਂ ਵਿੱਚ ਕੋਈ ਫਰਕ ਨਹੀਂ। ਭਾਵ ਇੱਕੋ ਰੂਪ ਹੀ ਹਨ। ਸਾਧ ਰੂਪ ਆਪਣਾ ਤਨ ਧਾਰਿਆ, ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਸੰਤ ਅਨੰਤ ਹੈ ਅੰਤਰ ਨਾਹੀ। ਕਿ ਮਹਾਰਾਜ ਜੀ ਨੇ ਅਸ਼ਟਪਦੀ ਦੇ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਕਿ ਸਾਧੂ ਮਹਾਤਮਾ ਦੀ ਸੋਭਾ ਮਹਾਤਮਾ ਨੂੰ ਹੀ ਬਣ ਆਈ ਹੈ। ਭਾਵ ਪੂਰਨ ਰੂਪ ਦੇ ਵਿੱਚ ਹੋਰ ਕੋਈ ਨਹੀਂ ਜਾਣਦਾ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਤਿਗੁਰੂ ਜੀ ਕਥਨ ਕਰਦੇ ਹਨ, ਗੁਰੂ ਅਰਜਨ ਦੇਵ ਮਹਾਰਾਜ ਜੀ, ਕਿ ਹੇ ਭਾਈ, ਹਰੀ ਵਾਹਿਗੁਰੂ ਤੇ ਸੰਤਾਂ ਵਿੱਚ ਕੋਈ ਭੇਦ, ਕੋਈ ਫਰਕ ਨਹੀਂ। ਭਾਵ ਇੱਕੋ ਰੂਪ ਹਨ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਪੇਖੈ ਏਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਮਨ ਸਾਚਾ, ਜਿਸ ਦੇ ਮਨ, ਜਿਸ ਦੇ ਅੰਤਸਕਰਨ, ਜਿਸ ਦੇ ਹਿਰਦੇ ਵਿੱਚ ਸੱਚੇ ਅਤੇ ਮੁਖ ਸਾਚਾ, ਮੁਖ ਦੇ ਵਿੱਚ ਉਸ ਸੱਚੇ ਵਾਹਿਗੁਰੂ ਦਾ ਨਾਮ ਵਸਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਕਿ ਜਿਸ ਦੇ ਮਨ ਵਿੱਚ ਸੱਚੇ ਅਤੇ ਮੁਖ ਦੇ ਵਿੱਚ ਉਸ ਸੱਚੇ ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਵਸਦਾ ਹੈ। ਆਵਰਨਾ ਪੇਖੈ ਏਕ ਸਬਿਨ ਕੋਏ, ਕਿ ਇੱਕ ਹਰੀ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵੀ ਚੀਜ਼ ਅੱਖਾਂ ਨਾਲ ਨਹੀਂ ਵੇਖਦੇ। ਭਾਵ ਸਾਰਿਆਂ ਵਿੱਚ ਇੱਕ ਬ੍ਰਹਮ ਹੀ ਵੇਖਦੇ ਹਨ। ਜਿਸ ਦੇ ਮਨ ਵਿੱਚ ਤੇ ਜਿਸ ਦੇ ਮੁਖ ਵਿੱਚ ਸੱਚੇ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਵਸਦਾ ਹੈ, ਉਹ ਇੱਕ ਹਰੀ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵੀ ਚੀਜ਼ ਅੱਖਾਂ ਨਾਲ ਨਹੀਂ ਵੇਖਦੇ। ਭਾਵ ਸਾਰਿਆਂ ਨੂੰ ਇੱਕ ਬ੍ਰਹਮ ਹੀ ਵੇਖਦੇ ਹਨ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਲੱਛਣ, ਇਹ ਚਿੰਨ੍ਹ, ਇਹ ਗੁਣਾਂ ਵਾਲਾ ਬ੍ਰਹਮ ਗਿਆਨੀ ਹੁੰਦਾ ਹੈ, ਜਿਹੜਾ ਹਿਰਦੇ ਦੇ ਵਿੱਚ ਤੇ ਮੂੰਹ ਵਿੱਚ ਵਾਹਿਗੁਰੂ ਦਾ ਨਾਮ ਵਸਾਉਂਦਾ ਹੈ, ਨਾਮ ਵਸਦਾ ਹੈ। ਇੱਕ ਹਰੀ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਚੀਜ਼ ਨੂੰ ਨਹੀਂ ਵੇਖਦਾ। ਭਾਵ ਸਾਰਿਆਂ ਵਿੱਚ ਪਰਮੇਸ਼ਰ ਨੂੰ ਹੀ ਵੇਖਦਾ ਹੈ, ਕਿ ਹਰੇਕ ਦੇ ਅੰਦਰ ਪਰਮੇਸ਼ਰ ਦੀ ਜੋਤ ਸਮਝ ਕੇ ਪਰਮੇਸ਼ਰ ਦਾ ਰੂਪ ਵੇਖਦਾ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਲੱਛਣ ਵਾਲਾ ਬ੍ਰਹਮ ਗਿਆਨੀ ਹੁੰਦਾ ਹੈ। ਅੱਗੇ ਬ੍ਰਹਮ ਗਿਆਨੀ ਦੀ ਅਵਸਥਾ ਦੱਸਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ, ਕਿ ਉਹ ਸਦਾ ਸੁਤੰਤਰ, ਪਾਪ ਪੁੰਨ ਤੋਂ ਬਾਹਰ ਹਨ। ਅਸ਼ਟਪਦੀ ਦੇ ਅੰਦਰ ਸਮਝਾ ਰਹੇ ਹਨ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਹਮੇਸ਼ਾ ਪਾਪਾਂ ਪੁੰਨਾਂ ਤੋਂ ਨਿਰਲੇਪ, ਅਸੰਗ ਰਹਿੰਦਾ ਹੈ, ਵੱਖਰਾ ਰਹਿੰਦਾ ਹੈ। ਸੰਸਾਰ ਵਿੱਚ ਰਹਿੰਦਾ ਸਦਾ ਇਉਂ ਪਦਾਰਥਾਂ ਤੋਂ ਨਿਰਲੇਪ ਰਹਿੰਦਾ ਹੈ। ਜੈਸੇ ਜਲ ਮੈਂ ਕਮਲ ਅਲੇਪ, ਜਿਵੇਂ ਜਲ ਪਾਣੀ ਵਿੱਚ ਕਾਮਲ ਫੁੱਲ ਨਿਰਲੇਪ ਰਹਿੰਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਪਾਪਾਂ ਪੁੰਨਾਂ ਤੋਂ ਨਿਰਲੇਪ ਰਹਿੰਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਬ੍ਰਹਮ ਗਿਆਨੀ ਸਦਾ ਨਿਰਦੋਖ। ਬ੍ਰਹਮ ਗਿਆਨੀ ਹਮੇਸ਼ਾ ਇਉਂ ਨਿਰਦੋਖ, ਦੋਸ਼ਾਂ ਤੋਂ ਰਹਿਤ ਹੈ।
जैसे सूर सरब को सोख। जिमें सूर सूरज ਆਪਣੀਆਂ ਕਿਰਨਾਂ ਨਾਲ ਸਾਰਿਆਂ ਥਾਵਾਂ ਤੋਂ ਰਾਸ ਨੂੰ ਖਿੱਚ ਕੇ ਸੁਕਾ ਦਿੰਦਾ ਹੈ। ਭਾਵ ਸੂਰਜ ਦੀਆਂ ਕਿਰਨਾਂ ਰੂੜੀਆਂ ਦੀ ਦੁਰਗੰਧੀ ਤੇ ਫੁੱਲਾਂ ਦੀ ਸੁਗੰਧ ਆਦਿ ਤੇ ਪੈਣ ਕਰਕੇ ਸੂਰਜ ਨੂੰ ਕੋਈ ਦੋਸ਼ ਨਹੀਂ ਹੁੰਦਾ। ਇਸੇ ਪ੍ਰਕਾਰ ਸੂਰਜ ਦੀ ਨਿਆਈ ਪਰਮੇਸ਼ਰ ਹੈ, ਜੋ ਗਿਆਨ ਰੂਪੀ ਕਿਰਨਾਂ ਦੇ ਨਾਲ ਸਭ ਦੇ ਪਾਪਾਂ ਨੂੰ ਸੋਖ ਸੁਕਾ ਦਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਬ੍ਰਹਮ ਗਿਆਨੀ ਦੇ ਅੰਦਰ ਸਭ ਲਈ ਦ੍ਰਿਸ਼ਟ ਸਮਾਨ ਦ੍ਰਿਸ਼ਟੀ ਹੈ, ਇੱਕ ਦ੍ਰਿਸ਼ਟੀ ਹੈ। ਬ੍ਰਹਮ ਗਿਆਨੀ ਦੀ ਸਭ ਜੀਵਾਂ ਦੇ ਤਾਈਂ ਇਸ ਪ੍ਰਕਾਰ ਇਹੋ ਜਿਹੀ ਦ੍ਰਿਸ਼ਟੀ ਹੈ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਜਿਵੇਂ ਰਾਜੇ ਤੇ ਰੰਕ ਗਰੀਬ ਭਾਵ ਕੰਗਾਲ ਨੂੰ ਪਵਾਨ ਹਵਾ ਇੱਕ ਤੁਲ ਇੱਕ ਸਮਾਨ ਲੱਗਦੀ ਹੈ। ਹਵਾ ਰਾਜਾ ਹੋਵੇ ਚਾਹੇ ਕੰਗਾਲ ਹੋਵੇ ਗਰੀਬ ਹੋਵੇ, ਸਭ ਨੂੰ ਇੱਕੋ ਜਿਹੀ ਲੱਗਦੀ ਹੈ ਕਿ ਬ੍ਰਹਮ ਗਿਆਨੀ ਦੇ ਅੰਦਰ ਸਭ ਲਈ ਸਮਾਨ ਦ੍ਰਿਸ਼ਟੀ, ਇੱਕ ਬਰਾਬਰ ਦ੍ਰਿਸ਼ਟੀ ਹੁੰਦੀ ਹੈ। ਬ੍ਰਹਮ ਗਿਆਨੀ ਦੀ ਸਭ ਜੀਵਾਂ ਦੇ ਤਾਈਂ ਇਸ ਪ੍ਰਕਾਰ ਇਹੋ ਜਿਹੀ ਦ੍ਰਿਸ਼ਟੀ ਹੈ, ਜਿਵੇਂ ਰਾਜੇ ਤੇ ਗਰੀਬ ਭਾਵ ਕੰਗਾਲ ਨੂੰ ਇੱਕੋ ਹਵਾ ਇੱਕ ਤੁਲ ਇੱਕ ਸਮਾਨ ਲੱਗਦੀ ਹੈ। ਇਸੇ ਤਰ੍ਹਾਂ ਪਾਪੀ ਪੁੰਨੀਆਂ ਰਾਜੇ ਕੰਗਾਲਾਂ 'ਚ ਪਾਉਣ ਦੀ ਨਿਆਈ ਸਾਰਿਆਂ ਵਿੱਚ ਬ੍ਰਹਮ ਗਿਆਨੀ ਇੱਕੋ ਜਿਹਾ ਵਰਤਦਾ ਹੈ। ਜੈਸਾ ਕਿ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਨੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਕਿ ਉਸ ਪਰਮੇਸ਼ਰ ਤੋਂ ਬਿਨਾ ਨਹੀਂ ਜਾਣਿਆ ਜਾ ਸਕਦਾ। ਬ੍ਰਹਮ ਗਿਆਨੀ ਕੈ ਧੀਰਜ ਏਕ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਇੱਕ ਧੀਰਜ ਸਥਿਰਤਾ ਗੁਣ ਮੁੱਖ ਰੂਪ ਵਿੱਚ ਹੈ। ਜਿਉਂ ਵਸਦਾ ਕੋ ਖੋਦੈ ਕੋ ਚੰਦਨ ਲੇਪ। ਜਿਵੇਂ ਵਸਦਾ ਧਰਤੀ ਨੂੰ ਕੋਈ ਖੋਦੈ ਪੁੱਟੀ ਜਾਵੇ, ਤੇ ਭਾਵੇਂ ਕੋਈ ਚੰਦਨ ਦਾ ਲੇਪਨ ਭਾਵ ਪੋਚਾ ਫੇਰੀ ਜਾਏ, ਧਰਤੀ ਦੋਹਾਂ ਵਿੱਚੋਂ ਕਿਸੇ ਨੂੰ ਕੁਝ ਨਹੀਂ ਕਹਿੰਦੀ। ਪੁੱਟਣ ਵਾਲੇ ਨੂੰ ਸਰਾਪ ਅਤੇ ਚੰਦਨ ਦਾ ਲੇਪਨ ਕਰਨ ਵਾਲੇ ਨੂੰ ਵਰ ਨਹੀਂ ਦਿੰਦੀ। ਇਸੇ ਪ੍ਰਕਾਰ ਬ੍ਰਹਮ ਗਿਆਨੀ ਉਸਤਤ ਕਰਨ ਵਾਲੇ ਨੂੰ ਪ੍ਰਸੰਨ ਹੋ ਕੇ ਵਰ ਨਹੀਂ ਦਿੰਦੇ ਅਤੇ ਦੁੱਖ ਦੇਣ ਵਾਲੇ ਨੂੰ ਸਰਾਪ ਨਹੀਂ ਦਿੰਦੇ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ। ਬ੍ਰਹਮ ਗਿਆਨੀ ਕਾ ਇਹੋ ਜਿਹਾ ਗੁਨਾਓ ਪਰੋਪਕਾਰ ਵਾਲਾ ਗੁਣ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਵੇਂ ਪਾਵਕ ਅਗਨੀ ਦਾ ਸੁਤੇ ਸਿੱਧ ਸੁਭਾਅ ਹੈ, ਜੋ ਮਨੁੱਖ ਅੱਗ ਦੇ ਨੇੜੇ ਆਉਂਦਾ ਹੈ ਤਾਂ ਅੱਗ ਹਨੇਰੇ ਤੇ ਸਰਦੀ ਵਿੱਚ ਠੰਡ ਤੋਂ ਦੂਰ ਕਰ ਦਿੰਦੀ ਹੈ। ਇਸੇ ਪ੍ਰਕਾਰ ਜੋ ਬ੍ਰਹਮ ਵੇਤੇ ਦੀ ਸ਼ਰਨ ਵਿੱਚ ਆਉਂਦਾ ਹੈ, ਉਸ ਨੂੰ ਗਿਆਨ ਦਾ ਪ੍ਰਕਾਸ਼ ਕਰਾ ਕੇ ਪਾਪਾਂ ਰੂਪ ਠੰਡ ਦੂਰ ਕਰ ਦਿੰਦੇ ਹਨ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਆ। ਬ੍ਰਹਮ ਗਿਆਨੀ ਵਿਆਪਕ ਪਰਮੇਸ਼ਰ ਦੇ ਗਿਆਨ ਨੂੰ ਜਾਣਨ ਵਾਲਾ ਪੁਰਖ ਇਉਂ ਨਿਰਮਲ ਉਜਲ ਤੋਂ ਵੀ ਨਿਰਮਲਾ ਉਜਲ ਹੈ। ਜੈਸੇ ਮੈਲ ਨਾ ਲਾਗੈ ਜਲਾ। ਜਿਵੇਂ ਜਲਾ ਹੁੰਦਾ ਪਾਣੀ ਨੂੰ ਮੈਲ ਨਹੀਂ ਲੱਗਦੀ, ਗੰਦਗੀ ਨਹੀਂ ਲੱਗਦੀ, ਇਸੇ ਪ੍ਰਕਾਰ ਬ੍ਰਹਮ ਵੇਤਾ ਸਭ ਦੇ ਪਾਪਾਂ ਦੀ ਮੈਲ ਧੋ ਕੇ ਉਜਲ ਦਾ ਉਜਲ ਹੀ ਰਹਿੰਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਦੇ ਮਨ ਵਿੱਚ, ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਐਸਾ ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣ ਹੁੰਦਾ ਹੈ। ਜੈਸੇ ਧਰ ਉੱਪਰ ਆਕਾਸ਼। ਜੈਸੇ ਧਰ ਧਰਤੀ ਦੇ ਉੱਤੇ ਵੀ ਅਤੇ ਨੀਚੇ ਵੀ, ਆਕਾਸ਼ ਵਿੱਚ ਵੀ, ਭਾਵ ਧਰਤੀ ਨੂੰ ਪੁੱਟ ਕੇ ਵੇਖੀਏ ਤਾਂ ਥੱਲੇ
ਪੁਲਾੜ ਹੀ ਹੈ। ਇਸੇ ਪ੍ਰਕਾਰ ਬ੍ਰਹਮ ਵੇਤੇ ਦੀ ਦੇਹ ਦੇ ਉੱਤੇ ਵੀ ਹਰੀ ਤੇ ਅੰਦਰ ਵੀ ਹਰੀ ਹੀ ਹੈ। ਉਹ ਪਰਮੇਸ਼ਰ ਹੈ। ਸਾਰਿਆਂ ਵਿੱਚ ਹਰੀ ਨੂੰ ਵੇਖਦੇ ਹਨ। ਜੈਸਾ ਕਿ ਫਰਮਾਨ ਹੈ, ਆਕਾਸ ਗਗਨ ਪਤਾਲ ਗਗਨ ਹੈ, ਚਹੋ ਦਿਸ ਗਗਨ ਰਹਾਏ ਲੈ। ਭਗਤ ਕਬੀਰ ਜੀ ਦੀ ਬਾਣੀ ਹੈ ਕਿ ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ। ਬ੍ਰਹਮ ਗਿਆਨੀ ਦੇ ਨਾਲ ਕੋਈ ਮਿੱਤਰਤਾ ਤੇ ਕੋਈ ਸੱਤਰ ਬੈਰ ਕਰੇ ਤਾਂ ਉਹਨਾਂ ਦੀ ਦ੍ਰਿਸ਼ਟੀ ਦੋਹਾਂ ਲਈ ਇੱਕ ਸਮਾਨ ਹੁੰਦੀ ਹੈ, ਇੱਕ ਬਰਾਬਰ ਇੱਕੋ ਜਿਹੀ ਹੁੰਦੀ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ, ਕਿ ਬ੍ਰਹਮ ਗਿਆਨੀ ਦੇ ਨਾਲ ਕੋਈ ਮਿੱਤਰਤਾ ਤੇ ਕੋਈ ਬੈਰ ਕਰੇ, ਉਹਨਾਂ ਦੇ ਬਰਾਬਰ ਇੱਕ ਸਮਾਨ ਦ੍ਰਿਸ਼ਟੀ ਹੁੰਦੀ ਹੈ ਬ੍ਰਹਮ ਗਿਆਨੀ ਦੀ। ਜੈਸਾ ਕਿ ਜਿਵੇਂ ਭਾਈ ਰਾਮ ਕੁਐਰ ਜੀ ਜੋ ਬਾਬਾ ਬੁੱਢਾ ਜੀ ਦੀ ਬੰਸ ਵਿੱਚੋਂ ਸਨ, ਬ੍ਰਹਮ ਗਿਆਨੀ ਤਤ ਵੇਤੇ ਸਨ। ਬਿਰਤੀ ਵਿੱਚ ਰਾਸ ਅਖੰਡ ਰਹਿੰਦੀ ਸੀ, ਬਿਰਤੀ ਇੱਕ ਰਸ ਅਖੰਡ ਰਹਿੰਦੀ ਸੀ। ਰਾਮਦਾਸ ਨਗਰ ਵਿੱਚ ਇੱਕ ਵਾਰੀ ਤੁਰਕਾਂ ਦੀ ਸੈਨਾ ਬਾਬਾ ਜੀ ਦੇ ਘਰੋਂ ਬਰਤਨ, ਗਊਆਂ, ਘੋੜੇ, ਅਨਾਜ ਆਦਿ ਸਭ ਕੁਝ ਲੁੱਟ ਕੇ ਲੈ ਗਏ। ਜਦੋਂ ਜਾ ਕੇ ਸੂਬੇ ਨੂੰ ਦੱਸਿਆ ਕਿ ਰਾਮਦਾਸ ਕੇ ਘਰੋਂ ਚੋਰੀ ਕੀਤੀ ਹੈ, ਸੂਬਾ ਬਾਬਾ ਜੀ ਦੇ ਪ੍ਰਤਾਪ ਨੂੰ ਜਾਣਦਾ ਸੀ। ਸਾਰੀ ਵਾਰਤਾ ਸੁਣ ਕੇ ਰਾਮਦਾਸ ਨਗਰ ਪਹੁੰਚਿਆ। ਸੂਬਾ ਨੰਗੇ ਪੈਰੀ ਬਾਬਾ ਜੀ ਦੇ ਘਰ ਪਹੁੰਚਿਆ ਤਾਂ ਬਾਬਾ ਰਾਮ ਕੁਐਰ ਸਮਾਧੀ ਵਿੱਚ ਬੈਠੇ ਸਨ। ਹੱਥ ਜੋੜ ਕੇ ਨਿਮਰਤਾ ਨਾਲ ਚਰਨ ਪਾਕੜ ਕਰਕੇ ਡਰੇ ਮਨ ਨਾਲ ਨਮਸਕਾਰ ਕੀਤੀ। ਜਦੋਂ ਬਾਬਾ ਜੀ ਦੀ ਸਮਾਧੀ ਖੁੱਲ੍ਹੀ ਤਾਂ ਉਥਾਨ ਹੋਏ। ਕਹਿਣ ਲੱਗੇ, ਦੱਸੋ ਭਾਈ ਕੀ ਹੈ? ਤਾਂ ਸੂਬਾ ਬੜੀ ਨਿਮਰਤਾ ਨਾਲ ਕਹਿਣ ਲੱਗਿਆ ਕਿ ਤੁਹਾਡੇ ਕਿਹੜੇ ਕਿਹੜੇ ਪਦਾਰਥਾਂ ਨੂੰ ਲੁੱਟਿਆ ਗਿਆ ਹੈ, ਮੈਂ ਵਾਪਸ ਕਰਾਉਂਦਾ ਹਾਂ। ਸਾਨੂੰ ਖਿਮਾ ਕਰਨਾ ਬਹੁਤ ਵੱਡਾ ਅਪਰਾਧ ਹੋ ਗਿਆ ਹੈ। ਬਾਬਾ ਰਾਮ ਕੁਐਰ ਜੀ ਕਹਿਣ ਲੱਗੇ ਕਿ ਸਾਡਾ ਤਾਂ ਕੁਝ ਵੀ ਕਿਤੇ ਨਹੀਂ ਗਿਆ। ਲਾਹੌਰ ਦੇ ਸੂਬੇ ਨੇ ਅਰੂੜ ਬਿਰਤੀ ਨੂੰ ਵੇਖ ਕੇ ਕਿਹਾ ਕਿ ਮਹਾਤਮਾ ਜੀ, ਜਦੋਂ ਫੌਜ ਰਾਮਦਾਸ ਚੜ੍ਹ ਕੇ ਆਈ ਸੀ ਤਾਂ ਤੁਹਾਡੀਆਂ ਸਾਰੀਆਂ ਵਸਤੂਆਂ ਲੁੱਟ ਕੇ ਲੈ ਗਈ। ਉਹ ਤੁਹਾਡੀ ਮਹਿਮਾ ਤੋਂ ਅਣਜਾਣ ਸਨ। ਮੂਰਖਾਂ ਨੇ ਬਹੁਤ ਵੱਡੀ ਅਵੱਗਿਆ ਕੀਤੀ ਹੈ। ਸੂਬੇ ਦੇ ਇਹ ਬਚਨ ਸੁਣ ਕੇ ਜਦੋਂ ਬਾਬਾ ਰਾਮ ਕੁਐਰ ਨੇ ਸਾਹਮਣੇ ਨਿਗਾਹ ਮਾਰ ਕੇ ਵੇਖਿਆ ਕਿ ਸਾਡੇ ਬਾਜਾਂ ਦੇ ਅੱਡੇ ਸ਼ੰਖ ਮਰਮਰ ਦੇ ਕੋਈ ਲੈ ਗਿਆ ਹੈ। ਅੱਡੇ ਬਣਾਏ ਹੋਏ ਸਨ ਬਾਜਾਂ ਦੇ। ਕਹਿਣ ਲੱਗੇ, ਜੇ ਤੇਰੇ ਕਹੇ ਤੋਂ ਕੋਈ ਰਾਜਾ ਅੱਡੇ ਵਾਪਸ ਕਰਦਾ ਹੈ ਤਾਂ ਕਰਾ ਦੇ। ਸੁਣ ਕੇ ਹੈਰਾਨ ਹੋ ਗਿਆ ਰਾਜਾ ਕਿ ਇੱਕ ਤੁੱਲ ਬਿਰਤੀ ਹੈ, ਜੋ ਚੀਜ਼ ਸਾਹਮਣੇ ਹੈ ਉਹ ਹੀ ਚੇਤੇ ਰੱਖੀ ਹੈ, ਹੋਰ ਕੋਈ ਵੀ ਘਰ ਦੀ ਚੀਜ਼ ਦਾ ਚੇਤਾ ਨਹੀਂ ਕੀਤਾ। ਫਿਰ ਇਸ ਨੇ ਲਾਹੌਰ ਤੋਂ ਸਾਰੀ ਚੀਜ਼ ਵਾਪਸ ਕਰਾ ਦਿੱਤੀ। ਫਿਰ ਬਾਬਾ ਰਾਮ ਕੁਐਰ ਜੀ ਕਹਿਣ ਲੱਗੇ ਕਿ ਹੁਣ ਤਾਂ ਵਸਤੂਆਂ ਵਾਪਸ ਕਰਵਾ ਦਿੱਤੀਆਂ, ਜਦੋਂ ਲਾਹੌਰ ਲੁੱਟਿਆ ਗਿਆ ਉਦੋਂ ਕੌਣ ਵਾਪਸ ਕਰਾਊ? ਇਸੇ ਪ੍ਰਕਾਰ ਬ੍ਰਹਮ ਗਿਆਨੀ ਨੂੰ ਦੁਸ਼ਮਣ ਤੇ ਮਿੱਤਰ ਇੱਕ ਬਰਾਬਰ ਹਨ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਹਿਰਦੇ ਅੰਦਰ ਹੰਕਾਰ ਨਹੀਂ ਹੁੰਦਾ। ਬ੍ਰਹਮ ਗਿਆਨੀ ਊਚ ਤੇ ਉੱਚਾ। ਬ੍ਰਹਮ ਗਿਆਨੀ ਉੱਚਿਆਂ ਤੋਂ ਵੀ ਉੱਚਾ, ਸ੍ਰੇਸ਼ਟ ਭਾਵ ਉੱਤਮ ਹੁੰਦਾ ਹੈ। ਮਨ ਆਪਣਾ ਹੈ ਸਭ ਤੇ ਨੀਚਾ, ਪਰ ਉਹਨਾਂ ਦਾ ਆਪਣਾ ਮਨ ਸਭ ਤੋਂ ਨੀਵਾਂ ਹੁੰਦਾ ਹੈ। ਉਹਨਾਂ ਦਾ ਸ੍ਰੇਸ਼ਟ ਉੱਤਮ ਹੁੰਦਾ ਹੈ, ਮਨ ਨੀਵਾਂ ਹੁੰਦਾ ਹੈ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੋਂ ਉੱਚਾ। ਕਿ ਜਿਹੜਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਹੁੰਦੇ ਹਨ, ਨੀਵਾਂ ਜਾਣਦੇ ਹਨ, ਪਰ ਸੋ ਗਨੀਐ ਸਭ ਤੇ ਉੱਚਾ, ਉਸ ਨੂੰ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ,
ਬ੍ਰਹਮ ਗਿਆਨੀ ਉਹ ਜਨ ਉਹ ਪੁਰਖ ਹੋਏ ਹਨ। ਨਾਨਕ ਜਿਨ ਪ੍ਰਭ ਆਪ ਕਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਹਰੀ ਵਾਹਿਗੁਰੂ ਆਪ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਦਾ ਹੈ ਕਿ ਉਹ ਪੁਰਖ ਬ੍ਰਹਮ ਗਿਆਨੀ ਹੋਏ ਹਨ, ਉਹਨਾਂ ਨੂੰ ਗਿਆਨ ਦਾ ਚਾਨਣਾ ਪਿਆ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਬ੍ਰਹਮ ਗਿਆਨੀਆਂ ਦੀ ਵਿਚਾਰ ਸ਼ਰਵਣ ਕਰਵਾਈ ਹੈ। ਵਿਚਾਰਾਂ ਕਰਦਿਆਂ ਤੋਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ। ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ। ਮਹਾਰਾਜ ਸੰਗਤਾਂ ਦੇ ਵਿੱਚ ਨਾਮ ਦੀ ਦਾਤ ਵਸ ਜਾਏ ਤਾਂ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਦੇ ਮਹਾਂਵਾਕਾਂ ਅਨੁਸਾਰ ਮਹਾਰਾਜ ਆਪਣੇ ਚਰਨਾਂ ਦੇ ਨਾਲ ਸੰਗਤ ਨੂੰ ਜੋੜੀ ਰੱਖਣ, ਨਾਮ ਦੀਆਂ ਦਾਤਾਂ ਬਖਸ਼ਣ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ।